करदा मेरे बाद एविडेंस सर्टिफिकेट तुहानूं सारिਆਂ ਨੂੰ भी मिल जाए। ਮਾਨ ਸਾਹਿਬ ਕਿਵੇਂ ਦੇਖ ਰਹੇ ਹੋ 1999 ਤੋਂ ਬਾਅਦ ਇਹ ਮੌਕਾ ਮਿਲ ਰਿਹਾ ਹੈ ਜਦੋਂ ਇਹ ਸਰਟੀਫਿਕੇਟ ਫੜਨ ਦਾ ਇੱਕ ਵਾਰੀ ਮੌਕਾ ਮਿਲਿਆ ਤੁਹਾਨੂੰ ਦੁਬਾਰਾ ਤੋਂ? देखो जी इंडियन प्रेस सीगी ना उस दे उत्ते इंडियन हुकूमत तो बहुत जोर सीगा। वो कहती सीगी नैट वालियां नूं अखबारां वालियां नूं कि जे तुसी सिमरनजीत सिंह मान दा बयान दिओगे तो फिर वो खालिस्तान दे लई एक ऑक्सीजन तुसी दे रहे हो। इस करके इंडिया की प्रेस तो हैगी आ फ्री, पर मैनू बड़ा अफसोस है कि ट्रिब्यून, हिंदुस्तान टाइम्स, टाइम्स ऑफ इंडिया, इंडियन एक्सप्रैस ने ते UNI ने PTI ने ये जिहड़ी फ्री प्रेस है संविधान दे विच फ्री एक्सप्रैशन है वो साडी प्रेस ने बिल्कुल ख़त्म करता सीगा। ਇਹਦੇ ਬਾਰੇ ਮੈਨੂੰ ਤਕੜੇ ਹੋ ਕੇ ਕਰਨਾ ਪੈਣਾ ਕਿਉਂ ਕਰਕੇ ਪਰਸੋਂ ਤੁਸੀਂ ਟ੍ਰਿਬਿਊਨ ਦੇ ਵਿੱਚ ਦੇਖਿਆ ਹੋਊਗਾ ਅੰਗਰੇਜ਼ੀ ਟ੍ਰਿਬਿਊਨ ਨੇ 4 ਕੈਂਡੀਡੇਟਸ ਦੀਆਂ ਤਸਵੀਰਾਂ ਜਿਹੜੇ ਸੰਗਰੂਰ ਲੜ ਰਹੇ ਹੈ ਉਹ ਪਾਤੀਆਂ ਸੀ, ਪਰ ਸਿਮਰਨਜੀਤ ਸਿੰਘ ਮਾਨ ਦੀ ਨਹੀਂ ਪਾਈ ਹੈ। ਹੁਣ ਇਦੋਂ ਜ਼ਿਆਦਾ ਵਿਰੋਧਤਾ की हो सकती है ट्रिब्यून ते अंग्रेजी पेपरां ने क्यों करके 1984 च इन्हां दा जिहड़ा एडिटर सीगा प्रेम भाटिया उसने इंदिरा गांधी दे उत्ते बहुत जोर पाया कि तुसी स्टेटलैस सिक्स दे उत्ते मिलिटरी हमला करो। सो मेरा कहने दा भाव है कि जदों प्रेस राज करन वाले नाल मिल जे लोगों को फिर इंसाफ नहीं मिलता हैगा। पर मान साहब पंजाबी मीडिया ने तुहानूं काफ़ी दिखाया, तुहाडी चर्चा की, तुहाडे नाल गल्लां बातां सुनियां। मैं अंग्रेजी मीडिया की गल की है तो मैं तुहाडी गल नहीं की, पर पंजाबी का मीडिया अपने बॉर्डरों तो अगे टप के नहीं जाता, तो जिहड़ा मीडिया बॉर्डर टप के जाता है उसने मेरे उत्ते पाबंदी लाई हुई सी, जिहड़ा मैं आस करदा कि वो कुंजी लैके उस पाबंदी नूं तोड़ देणगे ते जिहड़ा संविधान दे विच लिखिया फ्री प्रेस एंड एक्सप्रैशन उस नूं जारी कर देणगे। मान साहब अज दा जिहड़ा नतीजा आया आप सरकार दे रिपोर्ट कार्ड मन्निया जांदा, किस तरह देखते हो? अज दा नतीजा जिहड़े संगरूर वालियां ने बहुत बहादरी दे नाल साडी पार्टी नूं वोटां पाईआं, सेंटर दियां मन्निया हुई पार्टी कांग्रेस, BJP, RSS, आम आदमी पार्टी सारिਆਂ ਨੂੰ ਖੂੰਜੇ ਦੇ ਵਿੱਚ ਲਾਤਾ ਹੈ। ਇਹਦੇ ਵਿੱਚ ਸਿਆਸਤ ਦਾ ਬਹੁਤ ਤਬਦੀਲੀ ਆਊਗੀ ਕਿਉਂ ਕਰਕੇ ਜਿਹੜੀ ਵਿਰੋਧੀ ਧਿਰ ਹੈ ਉਹ ਅਸਲੀ ਗੱਲ ਨੂੰ ਹੱਥ ਨਹੀਂ ਫੜਦੀ ਤੇ BJP ਤੇ RSS ਦੇ ਹੱਥ ਦੇ ਵਿੱਚ ਉਹ ਮਜਬੂਰਨ ਹੋ ਗਈ ਹੈ। ਹੁਣ ਟ੍ਰਿਬਿਊਨ ਛਪਦੀ ਸੀ ਲਾਹੌਰ 'ਚ, ਲਾਹੌਰ ਦੇ ਵਿੱਚ ਜੇ ਛਪਦੀ ਸੀ ਫਿਰ ਲਾਹੌਰ ਦੇ ਵਿੱਚ ਬੰਦ ਕਰਕੇ ਇੱਧਰ ਕਿਉਂ ਲੈ ਆਏ? ਅਕਸਰ ਅਖਬਾਰਾਂ ਨੂੰ ਤਾਂ ਕੋਈ ਖਤਰਾ ਨਹੀਂ ਹੁੰਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਅਖਬਾਰਾਂ ਸਹੀ ਨੁਮਾਇੰਦਗੀਆਂ ਵਿਰੋਧੀ ਧਿਰ ਜਾਂ ਖਾਲਸਾ ਨੂੰ ਨਹੀਂ ਦਿੰਦੀਆਂ। ਕਦੇ ਸਾਨੂੰ ਟੈਰਰਿਸਟ ਕਹਿ ਦਿੰਦੇ ਹੈ, ਕਦੇ ਸਾਨੂੰ ਦਹਿਸ਼ਤਗਰਦ ਕਹਿ ਦਿੰਦੇ ਹੈ, ਕਦੇ ਕਹਿ ਦਿੰਦੇ ਆ ਪਾਕਿਸਤਾਨ ਨੂੰ ਬਾਹਰ ਕੱਢੋ ਸਿਮਰਨਜੀਤ ਸਿੰਘ ਮਾਨ ਨੂੰ। ਹੁਣ ਦੇਖੋ ਮੈਂ ਤਾਂ ਪਾਕਿਸਤਾਨ 'ਚ ਆਇਆ, ਮਾਲਵੇ ਦੇ ਲੋਕਾਂ ਨੇ ਮੇਰੇ 'ਤੇ ਬਹੁਤ ਕਿਰਪਾ ਕੀਤੀ ਹੈ ਕਿ ਇੱਕ ਪਾਕਿਸਤਾਨ ਤੋਂ ਆਇਆ ਹੋਇਆ ਬੰਦਾ ਉਹਨੂੰ ਇੰਨੀਆਂ ਵੋਟਾਂ ਪਾਤੀਆਂ ਕਿ ਸੰਗਰੂਰ ਦੇ ਹਲਕੇ ਨੇ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਨੁਮਾਇੰਦਾ ਚੁਣਿਆ। ਅੱਗੇ ਮੇਰੀ ਡਿਊਟੀ ਹੈ ਕਿ ਮੈਂ
ਆਪਣੇ ਹਲਕੇ ਦੀ ਸੇਵਾ ਕਿਵੇਂ ਕਰਾਂ, ਆਪਣੇ ਸੂਬੇ ਦੀ ਸੇਵਾ ਕਿਵੇਂ ਕਰਾਂ, ਤੇ ਜਿਹੜਾ ਦੇਸ਼ ਦੇ ਵਿੱਚ ਹੋ ਰਿਹਾ ਕਿ ਆਏ ਸਾਲ ਚੀਨ ਦੀ ਫੌਜ ਲਦਾਖ ਦੇ ਵਿੱਚ ਵੜ ਜਾਂਦੀ ਹੈ। 900 ਸਕੁਅਰ ਕਿਲੋਮੀਟਰ 2000 ਦੇ ਵਿੱਚ ਚੀਨ ਨੇ ਲਦਾਖ ਦੇ ਵਿੱਚ ਨੱਪ ਲਏ, ਪਰ ਅਜੇ ਤੱਕ ਇੰਡੀਆ ਦੀ ਫੌਜ ਦੇ ਕੋਲੇ ਕੋਈ ਇਹਨਾਂ ਦਾ ਜਨਰਲ ਨਹੀਂ ਹੈ ਜਿਹੜਾ ਇੱਕ ਪਾਸਿਓਂ ਹਮਲਾ ਕਰਕੇ 19 ਧਰਤੀ ਸਾਂਭ ਲਵੇ। ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡੇ ਜਨਰਲ ਸਾਹਿਬ ਨੇ, ਜਿਨ੍ਹਾਂ ਨੇ ਨਵੇਂ ਮੁੰਡਿਆਂ ਦੀ ਬਣਾਈ ਹੈ ਕਿ ਇਹ 4 ਸਾਲ ਲਈ ਕੰਮ ਕਰਨਗੇ, 4 ਸਾਲਾਂ ਦੇ ਵਿੱਚ ਇਹ ਕੀ ਸਿੱਖ ਸਕਦੇ ਆ। ਅੰਤ ਦੇ ਵਿੱਚ ਇਹਨਾਂ ਦੀ ਗੱਲ ਬੀਜੇਪੀ ਦੀ ਇਹ ਹੈ ਕਿ ਜਿਵੇਂ ਹਿਟਲਰ ਪਾਰਟੀ ਦੇ ਨਾਟਸੀ ਹੁੰਦੇ ਸੀਗੇ, ਗਸਤਾਪੋ ਹੁੰਦੀ ਸੀ, SS ਹੁੰਦੀ ਸੀ, ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਮਿਲਾ ਕੇ ਜਬਰਨ ਹਿੰਦੂ ਰਾਸ਼ਟਰ ਇੱਥੇ ਇੰਡੀਆ ਦੇ ਵਿੱਚ ਬਣਾਉਣਗੇ। ਤੇ ਇਹ ਤੁਹਾਨੂੰ ਤਸੱਲੀ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸ ਤਰ੍ਹਾਂ ਦਾ ਖਬਰ ਕੋਈ ਵੀ ਫੌਜੀ ਨਹੀਂ ਕੁੱਟਦਾ ਜਿਹੜਾ ਤਿੰਨੇ ਜਰਨੈਲਾਂ ਨੇ, 에ਅਰ ਫੋਰਸ, ਨੇਵੀ ਤੇ ਫੌਜ ਨੇ ਕੁੱਟ ਕੇ ਸਾਰੇ ਮੁਲਕਾਂ ਦੇ ਅੱਗੇ ਲਿਆਂਦਾ। ਤੋ ਇਹ ਸਾਰੀਆਂ ਗੱਲਾਂ ਕਿ ਡਿਫੈਂਸ ਜਿਹੜਾ ਸਾਡੇ ਸਰਹੱਦਾਂ ਦੀ ਰਾਖੀ ਹੈ ਉਹ ਬੀਜੇਪੀ RSS ਉਸ ਨੂੰ ਸਾਂਭ ਨਹੀਂ ਸਕਦੀ ਹੈਗੀ। ਤੇ ਜਿਹੜੀ ਬਹੁਤ ਬੁਰੀ ਗੱਲ ਹੈ, ਹੁਣ ਜਿਨ੍ਹਾਂ ਦੇ ਢਿੱਡ ਛਾਤੀ ਨਾਲੋਂ ਮੋਟੇ ਹੋਣ ਉਹਨਾਂ ਨੇ ਫੌਜ ਦੇ ਬਾਰੇ ਸਵਾਹ ਸੋਚਣਾ। ਅਕਸਰ ਉਹਨਾਂ ਨੂੰ ਫਿੱਟ ਤਾਂ ਹੋਣਾ ਚਾਹੀਦਾ ਜਿਹੜੀ ਇਹੋ ਜਿਹੀ ਲੈਜਿਸਲੇਸ਼ਨ ਤੇ ਇਹੋ ਜਿਹੇ ਬਿੱਲ ਪਾਸ ਕਰਾਉਂਦੇ ਆ। ਫਿਰ ਮੁਸਲਮਾਨਾਂ ਦੇ ਖਿਲਾਫ ਉਹਨਾਂ ਦੀਆਂ ਬਸਤੀਆਂ ਢਾਈ ਜਾਂਦੇ ਹੈ। ਮੱਧ ਪ੍ਰਦੇਸ਼, ਯੂਪੀ 'ਚ, ਹਰਿਆਣੇ 'ਚ, ਦਿੱਲੀ ਦੇ ਵਿੱਚ ਅੱਜ ਸਾਡੇ ਮੁਸਲਮਾਨ ਨੂੰ ਇੱਥੇ ਕੋਈ ਸੁਰੱਖਿਆ ਨਹੀਂ ਹੈ। ਇਹ ਸਾਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਹੋਣਗੀਆਂ। ਤੇ ਜਿਵੇਂ ਕਸ਼ਮੀਰ ਦੇ ਵਿੱਚ ਕਾਨੂੰਨ ਦੇ ਖਿਲਾਫ ਜਿਹੜਾ ਐਫਸਪਾ ਕਾਨੂੰਨ ਹੈ ਉਹ ਫੌਜ ਨੂੰ ਪੂਰੀ ਖੁੱਲ੍ਹੀ ਛੁੱਟੀ ਦੇ ਦਿੰਦਾ ਕਿ ਕਿਸੇ ਨੂੰ ਵੀ ਮਾਰ ਦਿਓ, ਕਿਸੇ ਨੂੰ ਜ਼ਖਮੀ ਕਰ ਦਿਓ, ਕਿਸੇ ਨੂੰ ਘੋਟਣਾ ਫੇਰ ਦਿਓ, ਕਿਸੇ ਬੀਬੀ ਦੀ ਪੱਤ ਲੁੱਟ ਕੇ ਲੈ ਜਾਓ। ਇਹ ਸਾਰਾ ਹੋ ਰਿਹਾ ਹੈ ਕਸ਼ਮੀਰ ਦੇ ਵਿੱਚ। ਪਰ ਸੰਵਿਧਾਨ ਕੀ ਕਹਿੰਦਾ ਹੈ? ਸੰਵਿਧਾਨ ਦੀ ਇੱਕ ਧਾਰਾ ਕਹਿੰਦੀ ਹੈ ਕਿ no person can be deprived of his life and property freedom without the procedure laid down in law। ਜਿਹਦਾ ਮਤਲਬ ਹੈ ਕਿ ਤੁਸੀਂ ਕਿਸੇ ਦੀ ਆਜ਼ਾਦੀ, ਕਿਸੇ ਦੀ ਜਾਨ ਨਹੀਂ ਲੈ ਸਕਦੇ ਜਿੰਨਾ ਚਿਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਨਾ ਜਾਏ ਤੇ ਥਾਣੇਦਾਰ ਤੋਂ ਚੱਲ ਕੇ ਸੈਸ਼ਨ ਜੱਜ, ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਪਹੁੰਚੇ। ਜਿਹੜਾ ਸਾਡਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਉਹ ਤਾਂ ਸੌਂ ਗਿਆ, ਉਹ ਤਾਂ ਕਿਸੇ ਚੀਜ਼ ਵੱਲ ਨਹੀਂ ਦੇਖਦਾ ਹੈਗਾ ਕਿ ਅਸੀਂ ਕੀ ਕਰ ਰਹੇ ਹਾਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਹੁਣ ਪ੍ਰੈਜ਼ੀਡੈਂਟ ਬਣ ਰਹੇ ਹੈ ਉਹ ਵੀ ਜਿਹੜੇ ਆਦਿਵਾਸੀ ਹੈ ਉਹਨਾਂ ਦੇ ਉੱਤੇ ਵੀ ਧਿਆਨ ਰੱਖਣਗੇ, ਕਿਉਂ ਕਰਕੇ ਛੱਤੀਸਗੜ੍ਹ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਝਾਰਖੰਡ ਦੇ ਵਿੱਚ, ਬਿਹਾਰ, ਉੜੀਸਾ ਹਕੂਮਤ ਇੰਡੀਆ ਦੀ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਨਕਸਲੇਟ ਹੋ ਤੇ ਤੁਸੀਂ ਮਾਓਵਾਦੀ ਹੋ, ਤੇ ਠਾ ਉਹਨਾਂ ਨੂੰ ਮਾਰ ਕੇ ਖਤਮ ਕਰ ਦਿੰਦੀ ਹੈ। ਕਿਹੜਾ ਕਾਨੂੰਨ ਹੈ ਜਿਹੜਾ ਕਹਿੰਦਾ ਹੈ ਕਿ ਤੁਸੀਂ ਫੜ ਕੇ ਕਿਸੇ ਮੁਲਜ਼ਮ ਨੂੰ ਤੁਸੀਂ ਮਾਰ ਸਕਦੇ ਹੋ? ਇਹ ਸਾਰੀ ਚੀਜ਼ ਕਾਨੂੰਨ ਦੇ ਰਾਹੀਂ
ਹੋ ਸਕਦੀ ਹੈ। ਮਾਨ ਸਾਹਿਬ SYL ਗੀਤ ਤੇ ਰੋਕ ਲਗਾ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਸੀ, ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਉਹ ਗੀਤ। ਹੁਣ YouTube ਤੇ ਇੰਡੀਆ ਦੇ ਵਿੱਚ ਉਹ ਗੀਤ ਨਹੀਂ ਦੇਖ ਸਕਦੇ। ਸਿੱਖ ਕੌਮ ਨੂੰ, ਮੁਸਲਿਮ ਕੌਮ ਨੂੰ ਇੰਡੀਆ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਕਰ ਦਿੱਤਾ ਹੈਗਾ। ਇਹਨਾਂ ਨੇ ਇੰਨਾ ਸਾਡਾ ਨੱਕ 'ਚ ਦਮ ਲੈ ਆਂਦਾ ਹੈ ਕਿ ਕਿੰਨੇ ਕਾਨੂੰਨ ਪਾਸ ਕਰਤੇ ਹੈ ਕਿ ਜੇ ਉਹ ਮੁਸਲਮਾਨ ਹਿੰਦੁਸਤਾਨੀ ਨਹੀਂ ਹੈ ਫਿਰ ਅਸਾਮ ਦੇ ਕੈਂਪ ਦੇ ਵਿੱਚ ਡੱਕੇ ਹੋਏ ਆ। ਉਹਨਾਂ ਦੀ ਨਾ ਪੇਸ਼ੀ ਪੈਂਦੀ ਹੈ, ਨਾ ਉਹਨਾਂ ਨੂੰ ਕਿਤੇ ਜਾਣ ਦਿੰਦੇ ਆ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੀ ਹਿੰਦੂਤਵਾ ਦਾ ਰਾਜ ਇੱਥੇ ਪੈਦਾ ਕਰਤਾ BJP ਤੇ RSS ਨੇ, ਤੇ ਜਿਸ ਦੀ ਗੱਲ ਅੱਜ ਤੱਕ ਪਾਰਲੀਮੈਂਟ 'ਚ ਨਹੀਂ ਹੋਈ, ਉਹ ਆਪਾਂ ਉੱਥੋਂ ਤਾਕਤ ਲੈ ਕੇ ਕਰ ਦਾਂਗੇ ਉੱਥੇ ਜਾ ਕੇ। ਹੋਰ ਕੀ ਆ? ਯਾਨੀ ਕਿ SYL ਦਾ ਜਿਹੜਾ ਗੀਤ ਬੈਨ ਕੀਤਾ ਉਹਦੇ ਖਿਲਾਫ ਆਵਾਜ਼ ਉਠਾਓ। ਦੇਖੋ, ਸੰਵਿਧਾਨ ਕਹਿੰਦਾ ਹੈ ਕਿ ਤੁਹਾਨੂੰ ਆਜ਼ਾਦੀ ਹੈ ਬੋਲਣ ਦੀ, ਤੇ ਜਿਹੜੀ ਚੀਜ਼ ਤੁਸੀਂ ਸੋਚਦੇ ਹੋ। SYL ਕਰਨੈਲ ਦੇ ਗੀਤ ਦੇ ਵਿੱਚ ਮੂਸੇਵਾਲ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਜਿਹਦੇ ਨਾਲ ਦੰਗੇ ਫਸਾਦ ਨਿਕਲ ਜਾਣ। ਸੋ ਇਹ ਸਾਰੀ ਸੈਂਟਰ ਦੀ ਨਜਾਇਜ਼ ਹਰਕਤ ਹੈ ਕਿ ਭਾਈ ਮੂਸੇਵਾਲ ਦਾ ਜਿਹੜਾ ਗੀਤ ਹੈ ਉਸ ਨੂੰ ਕੈਂਸਲ ਕਰਤਾ ਹੈ। ਤੇ ਦਿੱਲੀ ਨੂੰ ਪਤਾ ਸੀ ਕਿ ਭਾਈ ਮੁਸਲਮਾਨ ਨੂੰ, ਮੂਸੇਵਾਲ ਨੂੰ ਕਤਲ ਕਰ ਦੇਣਾ। ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਉਹਨਾਂ ਦੀ IB ਨੇ ਦੱਸਿਆ ਸੀ, ਫਿਰ ਉਹਨਾਂ ਦੀ ਦਿੱਲੀ ਪੁਲਿਸ ਨੇ ਵੀ ਦੱਸਿਆ ਸੀ। ਫਿਰ ਤੁਸੀਂ ਮੈਨੂੰ ਦੱਸੋ, ਉਸ ਦੇ ਬਾਅਦ ਪੰਜਾਬ ਸਰਕਾਰ ਨੇ ਮੂਸੇਵਾਲ ਸਾਹਿਬ ਦੀ ਜਿਹੜੀ ਸੁਰੱਖਿਆ ਸੀ ਉਹ ਵਾਪਸ ਕਿਉਂ ਲੈ ਲਈ? ਤੇ ਜੇ ਦਿੱਲੀ ਨੂੰ ਪਤਾ ਸੀ ਮੂਸੇਵਾਲ ਨੂੰ ਮਾਰ ਦੇਣਾ, ਫਿਰ ਅਮਿਤ ਸ਼ਾਹ ਜੀ ਤੇ ਸੈਕਟਰੀ ਹੋਮ ਦੇ ਭੱਲਾ ਸਾਹਿਬ, ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ?